ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਜਰਨੈਲ ਸਿੰਘ ਢਿੱਲੋਂ ਰਿਟਾਇਰਡ ਏਐਸਆਈ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਕੁਲਵੰਤ ਕੌਰ, ਨਵਜਿੰਦਰ ਸਿੰਘ, ਹਰਪਾਲ ਕੌਰ, ਚਰਨਜੀਤ ਕੌਰ, ਰਣਜੀਤ ਸਿੰਘ, ਕਰਮਜੀਤ ਕੌਰ, ਤਰਸੇਮ ਸਿੰਘ, ਸ਼ਮਿੰਦਰ ਕੌਰ, ਗੁਰਸੇਵਕ ਸਿੰਘ, ਰਾਜਵੀਰ ਕੌਰ, ਗੁਰਪ੍ਰੀਤ ਸਿੰਘ, ਸ਼ਰਨਜੀਤ ਕੌਰ, ਸਤਨਾਮ ਸਿੰਘ, ਫਤਿਹਦੀਪ ਸਿੰਘ ਢਿੱਲੋਂ, ਰਹਿਮਤਦੀਪ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਧਵਨ ਕਲੋਨੀ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਇਹ ਜਗ
बहुत जतन मैं कीनो नानक दास बिरद की रखो नाम तुम्हारो जियो कहो प्रिया
सरदार जरनैल ਸਿੰਘ ਜੀ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ। ਆਪ ਜੀ ਦਾ ਜਨਮ ਮਾਤਾ ਹਰਬੰਸ ਕੌਰ ਹੋਣਾ ਦੀ ਕੁੱਖੋਂ ਪਿਤਾ ਸਰਦਾਰ ਚੰਨਣ ਸਿੰਘ ਹੋਣਾ ਦੇ ਘਰ ਪਿੰਡ ਸੁਰ ਸਿੰਘ ਵਾਲਾ ਵਿਖੇ ਹੋਇਆ। ਆਪ ਜੀ ਹੁਣੇ 3 ਭਰਾ ਅਤੇ 2 ਭੈਣਾਂ ਸਨ। ਆਪ ਜੀ ਬਚਪਨ ਤੋਂ ਹੀ ਮਿਹਨਤੀ, ਇਮਾਨਦਾਰ ਅਤੇ ਸ਼ਾਂਤ ਬਿਰਤੀ ਦੇ ਮਾਲਕ ਸਨ। ਮੁੱਢਲੀ ਸਕੂਲੀ ਸਿੱਖਿਆ ਆਪ ਜੀ ਨੇ ਸਰਕਾਰੀ ਸਕੂਲ ਸੁਰ ਸਿੰਘ ਤੋਂ ਹੀ ਪ੍ਰਾਪਤ ਕੀਤੀ ਅਤੇ 14 ਜੁਲਾਈ 1975 ਨੂੰ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦੇ ਹੋਏ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਵਿੱਚ ਭਰਤੀ ਹੋਏ। ਆਪ ਜੀ ਨੇ ਪੁਲਿਸ ਵਿਚਲੀ ਨੌਕਰੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਅਤੇ ਵਧੀਆ ਸੇਵਾਵਾਂ ਨਿਭਾਉਣ ਬਦਲੇ ਆਪ ਜੀ ਨੂੰ ASI ਨਿਯੁਕਤ ਕੀਤਾ ਗਿਆ ਅਤੇ ਇਸ ਅਹੁਦੇ ਤੋਂ ਹੀ ਆਪ ਜੀ ਰਿਟਾਇਰ ਹੋਏ। ਆਪ ਜੀ ਦਾ ਵਿਆਹ ਸਰਦਾਰਨੀ ਕੁਲਵੰਤ ਕੌਰ ਹੋਣਾ ਨਾਲ ਹੋਇਆ। ਆਪ ਜੀ ਦੇ ਘਰ ਪੁੱਤਰ ਨਵਜਿੰਦਰ ਸਿੰਘ ਅਤੇ ਬੇਟੀਆਂ ਚਰਨਜੀਤ ਕੌਰ, ਕਰਮਜੀਤ ਕੌਰ, ਸ਼ਰਨਜੀਤ ਕੌਰ, ਰਾਜਵੀਰ ਕੌਰ ਅਤੇ ਸਵਿੰਦਰ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਬਹੁਤ ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੇਟੇ ਆਪਣੇ ਕਾਰੋਬਾਰ ਵਿੱਚ ਆਪਣੇ ਪਿਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਸਰਦਾਰ ਜਰਨੈਲ ਸਿੰਘ ਜੀ ਗਰੀਬਾਂ ਦੇ ਹਮਦਰਦ ਸਨ ਅਤੇ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਸਰਦਾਰ ਜਰਨੈਲ ਸਿੰਘ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕੌਣ ਬਟਾ ਮਾਰਿਆ
ज्ञान है चिंता बड़े बड़े ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਹੋਠ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਫਰਮਾਨ ਹਨ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਭਲੇ ਆਵੇ ਨਾਨਕਾ ਸਦੇ ਉਠੀ ਜਾਏ ਦੇ ਨਾਮ ਆਕਾ ਮੁਸਾਜ ਆਪ
जी के दर घर के सेवक सरदार जरनैल सिंह पातशाह जी बख्शी हुई सवासां दे पूंजी आप जी के भाणे अंदर हुक्म अंदर भोगते हुए पातशाह जी संसार में परिवार में विचरते हुए पिछले दिनी अकाल चलाने कर गए दातार पातशाह जी उन्होंने रूह के भले वास्ते समूह परिवार वालों एकत्र होकर के आप जी के चरणों का उटासरा लेते हुए पातशाह जी गृह विखे श्री सहज पाठ के भोग पवाए उपरंत आप जी की पावन हजूरी अंदर दीवान सजे पातशाह जी वैरागमय बाणी के कीर्तन होए विचारा हुई शिव पौड़ी आनंद साहब जी के जाप होए कृपा करना दातार जीओ समुचे पढ़ी सुनी बाणी का फल आदेश विछड़ी रूह नूं बख्शिश करना परिवार के संगतां के हिरदियां ते वसाउणा पातशाह जीओ आप जी की पावन हजूरी अंदर बाणी पढ़दियां सेवावां निभाउंदियां हाजरियां भरदियां होइयां भुलां दी खिमा बख्शणी अगों तो बाणी पढ़न दी सेवा करन दी मत बुद्ध समर्था बख्शिश करनी कृपा करना पातशाह जी विछड़े रूह नूं अपने चरणां दा सुदीवी निवास बख्शिश करना आवा गुण तो रहत करके पातशाह जी आत्मा दी कल्याण करनी भला करना परिवार दे सिर ते मेहर दा हथ रखना भाणा मनन दा बल बख्शिश करना समूह परिवार नूं चढ़दी कला बख्शनी आई संग सहाय होकर के सहायता करनी दातार पातशाह जी घर विच सुख शांति बख्शिश करनी दुखां कलेशां बीमारियां दे नाश करने तंदुरुस्ती दीयां दातां बख्शणियां अपने दर घर नाल जोड़ना नाम दान सिखे जीवन की दात बख्शिश करनी बाणी पढ़न सुनन दे हाजरियां भरन दे सेवावां करन दे बल उदम उत्साह बख्शने दातार पातशाह जीओ सेवक परिवार वालों विछड़ी रूह दे निमित्त बेअंत सेवावां भेटावां पहुंचियां हन पातशाह जी आप जी दे सुख स्थानां वास्ते पवित्र सुंदर वस्त्र पातशाह जी सेवक परिवार वालों भेटा कीते हन कृपा करना सेवक परिवार दीयां सेवावां भेटावां दर प्रवान करनियां किरत कमाइयां कारोबारां विच वाधे बख्शिश करने माया सफली करनी लोक प्रलोक सुहेले करने पातशाह जीओ दाराई समूह संगत दी हाजरी दर प्रवान करनी कदम कदम चलिया लेके लाउणा तरफुर भेटावां सेवावां प्रवान करनियां समूह संगत दे सिर ते मेहर दा हथ रखना चढ़दी कला बख्शिश करनी पातशाह जीओ आप जी दी पावन हजूरी अंदर सेवक परिवार वालों आप जी दीयां बख्शियां दातां विचों पावन कड़ा प्रसादी देख सज के हाजिर है जी दर प्रवान होवे प्रवान हुए प्रसाद संगतां विच वरताउण दी आग्या बख्शो जो सके आप जी दा नाम जपे कृपा करो मेहर करो दातार पातशाह जी पवित्र हुक्मनामे बख्शिश करके कृतार्थ करो सर्वत्र संगतां पढ़दे सुनदे लाहेवंद होवन सही प्यारे दे जना मिले आप जी दा नाम चितावे नानक नाम चढ़दी कला तेरे भाणे सर्वत दा भला वाहिगुरू जी का खालसा वाहिगुरू जी की फतेह बोले
अब राज सृष्ट काले नानक गुरमुख बुझिए जाया पे नदर करे महला तीजा जिन गुरमुख नाम ते आया आए ते परवान नानक कुल उधारे अपना दरगा पावे मान पौड़ी गुरमुख सखियां सिख गुरु मिलाइया एक सेवक गुर पास एक गुर कावे लाइया जिना गुर प्यारा मन चित तिना भाओ गुरु देवाइया गुर सिखा इको प्यार गुर मिता पुता पाइया गुर सतगुर बोलो सब गुर आप गुरु जीवाइया गुर सिखा इको प्यार गुर मिता पुता पाइया गुर सतगुर बोलो सब गुर आख गुरु जीवाइया वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਰਗਵਾਸੀ ਸਰਦਾਰ ਜਰਨੈਲ ਸਿੰਘ ਜੀ ਜਿਹੜੇ ਲੰਮਾ ਸਮਾਂ ਪੁਲਿਸ ਵਿਭਾਗ ਦੇ ਸਾਡੇ ਸਾਥੀ ਰਹੇ, ਉਹਨਾਂ ਦੀ ਅੰਤਮ ਅਰਦਾਸ ਵਿੱਚ ਉਹਨਾਂ ਦੇ ਰਿਸ਼ਤੇਦਾਰ ਸਮਾਜ ਦੇ ਵੱਖ-ਵੱਖ ਵਰਗਾਂ ਤੋਂ बहुत सत्कारत शख्सियतां इस समागम में शामिल हुई हैं, जिस तो सिद्ध होंदा है कि सरदार जरनैल सिंह जी का उन्होंने बेटे नरेंद्र जी का समाज में कितना सत्कार के मेल जोड़ जिथों तक लंबी नौकरी दौरान मैं सरदार जरनैल सिंह जी नाम देखा है, हमेशा ही घट बोलने वाले निर्विवाद शख्सियत हुई। उन्होंने ज़्यादा सर्विस देनी सी बतौर ड्राइवर रंगी कि ड्राइवर हमेशा ही अफसर के नाम बैठता है, लेकिन मैं राधे नाम कहा कि उन्होंने दिमाग में कभी भी इस बात का फर्क नहीं आया और आपके कुलिकां के नाम उन्होंने सारा बढ़िया वधिया रखा। बड़े बड़े परिवार के मुखी सन, 5 बेटियां के बाद एक बेटा। अपने फाइल का भरवा के गए हैं और अज सुख लिखने का समा जो उन्होंने बुलाया शायद मैं साड़ी भैन कलवंत कौर बेटे केंद्र से बड़ी बड़ी जिम्मेदारी आ गई। उन्होंने तो
मेरा सैर करने का एक रूप से 2 महीने मेरी उम्र के घाटे होना रोज देसी दातन उन्होंने मुखार करके छोड़ी नाम ने का चक्कर कट के उन्होंने जाने के बाद मैं भी जो जाता तो मैं अजे भी सरदार चर्चा घूमने लिखा सो जिन्हें सरकार को उन्होंने अफसर समाज लिस्ट उन्होंने बहुत लंबी लेकिन जो परिवार का आदेश है केवल 4 व्यक्तियों बोलने का मौका परिवार को दिता गया। मैं सब तो पहला बेनती करा गुरप्रीत सिंह छाबड़ा जी ने कि वो माइक पे आउण ते शब्दां दे इस तो पहला कि मैं सरदार जरनैल सिंह जी बारे कोई गल करा उस तो पहला सारे एक बार वाहिगुरू जी का खालसा वाहिगुरू जी की फतेह। तो गुरु प्यारी साहब संगत जीओ मैनू अज इस गल का माण है कि मैं जिस शख्स बारे जिस शख्सियत बारे गल करन जा रहा हूं वो शख्सियत वो शख्स सचमुच काबिल तारीफ है। बाबा जी ने अरदास करते समय एक पंक्ति बोली उच्चारण किया कि उन्होंने कले आवे नानका सदे उठे जाए। कले शब्द की मुराद परमात्मा वालों इंसान को धरती ते भेजना ते सदे उठे जाए उस भेजे हुए शख्स को वापस बुला ले। ये 2 किनारे ने एक जिंदगी एक मौत धागे के 2 सिरे ने एक जिंदगी एक मौत। तो गुरु प्यारी साहब संगत जीओ आप एक धागा ले लिए ना उन्होंने 2 ਉਂਗਲਾਂ ਨਾਲ पकड़ लीए एक जिंदगी ते एक मौत लेकिन आप भुल जाते हैं कि इस जिंदगी ते मौत के 2 किनारियां के विचाले किहड़ा फासला है। जिंदगी ते मौत के विचाले किहड़ा फासला जिहड़ा सी धरती ते इस संसार में अपने परिवार नाल अपने मित्रों नाल अपने सहयोगियों नाल व्यतीत करते हैं वो कित्थे गया। उनके बारे चर्चा करनी उनके बारे समझना उनके बारे विचार करना मैं समझता कि बेहद जरूरी है। सरदार जरनैल सिंह का जन्म पिंड सुर सिंह वाला विखे होया साल 1955। इन्होंने अपनी मुढ़ली विद्या ऐसे पिंड तो ही ग्रहण की आप 2 भाई ते 1 भैन सन परिवार दे विच। हुण सरदार जरनैल सिंह ने अपना बचपन बहुत शानदार तरीके नाल व्यतीत किया। इहदे बारे परिवार कोलों अक्सर गल्लां सुनिया जांदियां रहियां। उस उपरंत मैनूं याद है यह गल 1990 या 91 की है। हो सकता है कि मैं भुलेखे जो लेकिन 1990 या 91 की है। सरदार जरनैल सिंह और ने जोशी पैलेस के बिल्कुल सामने वाली गली के विच अपना निवास स्थान किया। सुभाग की गल थी कि साडियां दोहां घरां दीयां कंधां साझीआं सन। मैं मान महसूस करता हूं कि मेरी साझी कंध सरदार जरनैल सिंह होरां दी सी। साल 1990-91 तक साल 2017 तक मैं जो एहसास जो अपनापन सरदार जरनैल सिंह के पास रह के उन्होंने तो महसूस किया उन्होंने तो हासिल किया वो अपनी मिसाल आप। कई बार एतवार वाले दिन जदों सरदार उन्होंने बाहर अखबार लैके बैठे होना
ਤੇ ਮੈਂ ਕੋਲ ਜਾ ਕੇ ਬੈਠ ਜਾਣਾ। ਡੀਐਸਪੀ ਸਾਹਿਬ ਨੇ ਉਹਨੇ ਬਿਆਨ ਕੀਤਾ ਕਿ ਇਹ ਬਹੁਤ ਘੱਟ ਬੋਲਦੇ ਸਨ। ਇਹ ਬਿਲਕੁਲ ਠੀਕ ਗੱਲ ਹੈ। ਬਹੁਤ ਸਹਿਜ ਸੁਭਾਅ ਬੋਲਦੇ ਸਨ, ਇਹ ਵੀ ਬਿਲਕੁਲ ਠੀਕ ਗੱਲ ਹੈ। ਮੈਂ ਬੈਠ ਜਾਣਾ, 2-4-5 ਮਿੰਟ ਬੀਤ ਜਾਣੇ, ਇਹਨਾਂ ਨੇ ਕਿਸੇ ਤਰ੍ਹਾਂ ਦੀ ਇੱਧਰ ਉੱਧਰ ਦੀ ਕੋਈ ਫਾਲਤੂ ਗੱਲ, ਆਮ ਲੋਕਾਂ ਨੂੰ ਆਦਤ ਹੁੰਦੀ ਹੈ ਫਲਾਣੀ ਗੱਲ ਕਰ ਲਈ, ਢੰਗਾਣੀ ਕਰ ਲਈ, ਲੇਕਿਨ ਸਰਦਾਰ ਜਰਨੈਲ ਸਿੰਘ ਬਿਨਾਂ ਮਤਲਬ ਤੋਂ, ਬਿਨਾਂ ਵਜ੍ਹਾ ਤੋਂ ਮੈਂ ਨਹੀਂ ਦੇਖਿਆ ਉਹਦੇ ਇੰਨੇ ਲੰਬੇ ਇਹਨਾਂ ਦੇ ਵਿਵਹਾਰ ਦੇ ਨਾਲ ਰਹਿ ਕੇ ਇਹਨਾਂ ਨੇ ਕੋਈ ਫਾਲਤੂ ਗੱਲ, ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕਿਸੇ ਦੀ ਬੁਰਾਈ ਕੀਤੀ। ਬੈਠ ਜਾਣਾ, ਗੱਲਾਂ ਕਰਨੀਆਂ। ਇੱਕ ਦਿਨ ਦੀ ਗੱਲ ਹੈ ਕਿ ਮੈਂ ਇਹਨਾਂ ਨੂੰ ਹੱਸਦੇ ਗਿਆ, ਮੈਂ ਕਿਹਾ ਜਰਨੈਲ ਚਾਚਾ ਜੀ ਤੁਸੀਂ ਪੁਲਿਸ 'ਚ ਭਰਤੀ ਕਿਵੇਂ ਹੋ? ਤੁਹਾਡੇ ਵਿੱਚ ਤਾਂ ਪੁਲਿਸ ਵਾਲਿਆਂ ਵਰਗੀ ਗੱਲ ਹੀ ਕੋਈ ਨਹੀਂ। ਤੁਹਾਨੂੰ ਤਾਂ ਕਿਸੇ ਗੁਰਦੁਆਰੇ ਦਾ ਪਾਠੀ, ਗ੍ਰੰਥੀ, ਸੇਵਾਦਾਰ ਹੋਣਾ ਚਾਹੀਦਾ ਸੀ। ਤੁਸੀਂ ਇੰਨੇ ਨਿੱਘੇ ਤੇ ਇੰਨੇ ਸ਼ਾਂਤ ਸੁਭਾਅ ਦੇ ਤੇ ਮੇਰੀ ਗੱਲ ਨੂੰ ਹੱਸ ਕੇ ਟਾਲ ਲਿਆ ਕਰਨਾ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀਓ, ਜੇ ਮੈਂ ਸਰਦਾਰ ਜਰਨੈਲ ਸਿੰਘ ਬਾਰੇ ਗੱਲ ਕਰਨ ਸ਼ੁਰੂ ਕਰ ਦੇਵਾਂ ਤੇ ਮੈਂ ਵਿਸ਼ਵਾਸ ਦੇ ਨਾਲ ਕਹਿੰਦਾ ਹਾਂ ਕਿ ਕਈ ਦਿਨ ਬੀਤ ਜਾਣ, ਗੱਲ ਖਤਮ ਨਹੀਂ ਹੋਣੀ। ਪਰ ਮੈਨੂੰ ਸਮਾਂ ਇਸ ਗੱਲ ਦੀ ਆਗਿਆ ਨਹੀਂ ਦਿੰਦਾ। ਇਹ ਪਰਿਵਾਰ ਮੇਰੀ ਨਜ਼ਰ ਵਿੱਚ ਇੱਕ ਐਸਾ ਪਰਿਵਾਰ ਹੈ ਜਿਸ ਪਰਿਵਾਰ ਦੇ ਹਰ ਮੈਂਬਰ ਦੀ ਜਿੰਨੀ ਤਾਰੀਫ ਕੀਤੀ ਜਾਵੇ ਮੈਂ ਸਮਝਦਾ ਹਾਂ ਬਹੁਤ ਘੱਟ ਹੈ। ਮੈਂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕਰਕੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਪੂਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਆਪੋ ਆਪਣੇ ਕਾਰਜਾਂ ਨੂੰ, ਜਿਸ ਤਰ੍ਹਾਂ ਸਰਦਾਰ ਜਰਨੈਲ ਸਿੰਘ ਹਰ ਕਾਰਜ ਨੂੰ ਬੜੀ ਨੇਕਨਾਮੀ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਕਰਦੇ ਸਨ, ਉਹਨਾਂ ਦੇ ਜਾਣ ਉਪਰੰਤ ਬਾਕੀ ਪਰਿਵਾਰ ਉਸੇ ਤਰ੍ਹਾਂ ਹੀ ਸਾਰੇ ਕਾਰਜ ਉਹਨਾਂ ਨੂੰ ਯਾਦ ਰੱਖ ਕੇ ਸ਼ਰਧਾ ਭਾਵਨਾ ਨਾਲ ਨਵੇੜੇ ਚਾਹਦੇ ਰਹਿਣ। ਇਹੀ ਮੇਰੀ ਸਰਦਾਰ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਹੈ ਤੇ ਇਹੀ ਪਰਿਵਾਰ ਨੂੰ ਅਪੀਲ। ਦਾਸ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਮਾਫੀ ਚਾਹੁੰਦਾ ਹਾਂ। ਤੁਸੀਂ ਸਰਦਾਰ ਜਰਨੈਲ ਸਿੰਘ ਦੇ ਗੁਆਂਢੀ ਹੁੰਦਿਆਂ ਹੋਇਆਂ ਜੋ ਕੁਝ ਦੱਸਿਆ, ਸਾਨੂੰ ਸਭ ਨੂੰ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਤੁਸੀਂ ਜੋ ਕੁਛ ਕਿਹਾ ਉਹ 100% ਸੱਚ ਸੀ। ਉਸ ਵਿੱਚ ਰਹਿ ਕੇ ਔਰ ਖਾਸ ਤੌਰ ਤੇ ਅੱਜ ਦੇ ਜ਼ਮਾਨੇ ਵਿੱਚ ਸਮਾਜ ਤੋਂ ਨਿਰਵਿਵਾਦ ਚਲੇ ਜਾਣਾ, ਇਹ ਸ਼ਾਇਦ ਸਰਦਾਰ ਜਰਨੈਲ ਸਿੰਘ ਦੀ ਹੋਰਾਂ ਦੀ ਸੀ। ਹੁਣ ਉਹਨਾਂ ਦੇ ਮੁੱਖ ਸਰਦਾਰ ਗੁਰਦੀਪ ਸਿੰਘ ਢਿੱਲੋਂ, ਸਿਆਸੀ ਸਕੱਤਰ ਰਾਣਾ ਗੁਰਮੀਤ ਸਿੰਘ ਜੀ ਸੋਢੀ, ਮਾਨਯੋਗ ਕੈਬਨਿਟ ਮੰਤਰੀ ਪੰਜਾਬ, ਛਬੜਾ ਸਾਹਿਬ ਦੀ ਕੰਧ ਰਲਦੀ ਹੈ ਤੇ ਥੋੜਾ ਜਿਹਾ ਸਾਹਮਣੇ ਰਹਿੰਦੇ ਨੇ। ਹੁਣ ਆਪਦੇ ਸ਼ਬਦਾਂ ਨੂੰ ਭੇਟ ਕਰਨਗੇ ਸਰਦਾਰ ਗੁਰਦੀਪ ਸਿੰਘ ਜੀ ਢਿੱਲੋਂ। ਸਰਦਾਰ ਜਰਨੈਲ ਸਿੰਘ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਰਿਸ਼ਤੇਦਾਰ, ਸਾਥ ਸੰਬੰਧੀ ਔਰ ਉਹਨਾਂ ਦੇ ਸਾਰੇ ਹੀ ਪਰਮ ਮਿੱਤਰ, ਫਿਰੋਜ਼ਪੁਰ ਵਾਸੀ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਰਨੈਲ ਸਿੰਘ ਬਾਰੇ ਛਾਬੜਾ ਸਾਹਿਬ ਨੇ ਦੱਸਿਆ। ਸਰਦਾਰ ਜਸਪਾਲ ਸਿੰਘ ਹੋਣੀ ਨਾਮ ਹੈ, ਆਪਣਾ ਲੰਬਾ ਸਮਾਂ ਇਹਨਾਂ ਨੂੰ ਵੀ ਕਾਫੀ ਜਾਣਕਾਰੀ ਹੈ। ਸਾਡੇ ਐਸਪੀ ਸਾਹਿਬ ਬੈਠੇ ਆ, ਬਾਠ ਸਾਹਿਬ, ਉਹਨਾਂ ਨੂੰ ਮੈਂ ਜਿੰਨਾ ਕੁ ਦੇਖਿਆ ਸੀ ਕਿ ਭਰਾਵਾਂ ਦੇ ਰੂਪ 'ਚ ਰਹੇ ਹੈ। ਸੋ ਮੈਨੂੰ ਵੀ ਪਿਛਲੇ 21 ਸਾਲ ਤੋਂ ਇਕੱਠੇ ਰਹਿਣ ਦਾ ਮੌਕਾ ਮਿਲਿਆ ਕਿ ਗਲੀ ਇੱਕ ਸੀ, ਗੁਆਂਢੀ ਸੀਗੇ, ਪਰ ਹੌਲੀ ਹੌਲੀ ਜਿਵੇਂ ਰਿਸ਼ਤੇਦਾਰੀਆਂ 'ਚ ਬਦਲ ਜਾਈਦਾ ਹੈ। ਦੇਖਦਿਆਂ ਦੇਖਦਿਆਂ 5 ਬੇਟੀਆਂ ਸੀ ਔਰ 1 ਬੇਟਾ। ਔਰ ਮੈਂ ਇਹ ਗੱਲ ਜ਼ਰੂਰ ਕਰੂੰਗਾ ਕਿ ਦੂਰਦੇਸ਼ੀ ਇਨਸਾਨ ਸੀਗੇ, ਚਾਹੇ ਝੋਪੜੇ ਦੇ ਸੀ। ਜਦੋਂ ਬੱਚਿਆਂ ਦੇ ਪਾਲਣ ਪੋਸ਼ਣ ਦੀ ਵਾਰੀ ਆਉਂਦੀ ਹੈ, ਜਿਹੜਾ ਮਾਂ ਬਾਪ ਇਸ ਚੀਜ਼ ਨੂੰ ਦਿਮਾਗ 'ਚ ਰੱਖ ਲੈਂਦਾ ਹੈ
कि बच्चों की विद्या उन्होंने जिंदगी में सब तो बड़ा धन और वो चीज सरदार जरनैल सिंह वेखी सी। पंजां कुड़ियां दा बेटियां दा विआह कीता, देखद्या देखद्या मेरे सामने होया सारा कुछ। और वो विआह दे विच पंजे जे आपां सीधी गल करिए जिहड़े पंजे जवाई है, मैं नहीं कदे उन्होंने पंजां व्यक्ति वेख्या कि उन्होंने आके अपने आप में ये दिखाया हो कि मैं इस घर का जवाई हाँ। बहुत वड्डी गल होंदी है कि 5 बच्चियां और 5 बेटियां का विआह होया और पंजे जवाई के रूप में एक पुत्तां के रूप में उत्थे आउंदे सी और उन्होंने कोल बैठते सी। बहुत सोहना रोल अदा किया है उन्होंने। बेशक रिश्तेदारी सौरा सी पर अपने बाप की तरह पंजे जाने मानते थे। और उस तो वड्डी गल जे मैं करा कि सरदार जरनैल सिंह सिरहारी वाले परिवार के विआहे सी। उन्होंने भी सेहत बहुत वड्डी सी कि जदों ना आता सरदार जरनैल सिंह के जदों घर की वारी आती है, आप घर की गल करते हैं तो उन्होंने धर्म पत्नी कुलवंत कौर उस सरकारी वाले परिवार को ऐसी सिक्ख्या ली सी कि कदे घबराहट दे कदे काले पै के कदे भी किसी तरह की कोई गल नहीं की सी। और वो सिक्ख्या ने अगे बच्चों को ऐसी सिक्ख्या दी। और मैं ये गल तां कर रहा कि जदों सारे पासों तो सही सवेर हो जाता है उदों ही परिवार के विच सुख शांति रहती है। सो सवेर बहुत वधिया सी, जोड़ है नहीं रब के। पर यह भी सच है कि अजे तक सरदार जरनैल सिंह के जान वाली एक भी गल नहीं कि जदों चेहरे तो देखा सामने होते सी रोज सवेरे एक बार जरूर मिलते थे। कोई लगता नहीं सी कि इतनी जल्दी सानू सारे अपने छड्ड के जान। क्योंकि जदों बंदा तुरता है जां आपां देखते हैं शरीरक तौर पर पता लगता कि नहीं हुण ठीक नहीं, आपां आम ही कह दिंदे हैं। पर इहो जी एक भी गल नहीं। अजब चेती जिवें कोई परमात्मा को मंजूर नहीं सी कि इस तो अगे नहीं रहना। अजन चेती गल बनी है, 2 दिन के विच ही सारी गल खत्म हो गई और हाथों चली गई। एक वधिया इंसान तो सीगे, एक वधिया बाप भी सीगे और एक बहुत ही वधिया बेदार पुलिस कर्मचारी भी सी जिन्हों का ज्यादा डिटेल सरदार जसपाल सिंह ने दसिया दसते नहीं जितनी हुई गल। पर मैं इन्नी गल जरूर करूँगा कि परमात्मा की अरदास करूँगा सच्चे पातशाह कई बार जिंदगी चल गया इंसान के दिल में बहुत सारिया गल्लां होंदियां और चलद्या चलद्या कई बार कई काम अधूरे रह जाते हैं। मैं परमात्मा की अरदास करूँगा कि सरदार जरनैल सिंह को अगर कोई काम अधूरे रह गए उन्होंने पूरे करने की समर्था उन्होंने बेटे नवजिंदर सिंह और बाकी सारे परिवार को शक्ति देवे कि उन्होंने अधूरे काम पूरे कर सकन। सो इस तो अगली गल जी श्रद्धा के फुल भेंट करने वाली है। मैं हर थान से हमेशा कहना कि जदों श्री गुरु ग्रंथ साहब की हजूरी में अरदास हो जाती है सानू हक नहीं रह जाता श्रद्धा के फुल भेंट करने का। सो इस करके मैं जरूर कहूँगा कि इस दुख की घड़ी में जिन्ने जाने भी असीं शामिल हुए हैं सारिਆਂ ਦਾ कदम कदम सिर मत्थे ते और परमात्मा मेहर करे आने वाले टाइम के विच परिवार ने मेहर भरिया हाथ रखे। और मैं साडे MLA राणा गुरमीत सिंह सोढी साहब जिहड़े कैबिनेट मिनिस्टर है उन्होंने पासों माफी भी मंगदा है और उन्होंने वालों हाज़री भी लाउंदा कि वो अज इत्थे ना होने की वजह नाल नहीं पहुंच सके। सो उन्होंने वालों भी इस दुख की घड़ी में परिवार के नाल है क्योंकि
ਨੇੜੇ ਦਾ ਆਉਣਾ ਜਾਣਾ ਇਹਨਾਂ ਦਾ। ਸੋ ਜ਼ਿਆਦਾ ਟਾਈਮ ਵੀ ਕਾਫੀ ਹੋ ਗਿਆ, ਜ਼ਿਆਦਾ ਗੱਲਾਂ ਦਾ ਬਹੁਤ ਕਰਨ ਵਾਸਤੇ, ਪਰ ਜ਼ਿਆਦਾ ਡਿਟੇਲ ਵਿੱਚ ਨਾ ਜਾਂਦਾ ਹੋਇਆ ਪਰਮਾਤਮਾ ਦੀ ਅਰਦਾਸ ਕਰਾਂਗੇ ਕਿ ਆਉਣ ਵਾਲੇ ਵਕਤ ਦੇ ਵਿੱਚ ਪਰਿਵਾਰ ਦੇ ਅੱਗੇ ਬੜਿਆ ਹੱਥ ਰੱਖੇ, ਔਰ ਪਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਅਧੂਰੇ ਕੰਮ ਪੂਰੇ ਕਰਨ ਦੀ ਸਮਰੱਥਾ ਬਖਸ਼ੇ ਪਰਿਵਾਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀ ਸਰਦਾਰ ਜਰਨੈਲ ਸਿੰਘ ਹੋਣਾ ਦੀ ਜ਼ਿੰਦਗੀ ਦੀ ਉਹਨਾਂ ਪਰਿਵਾਰ ਦੀ ਜੋ ਤਸਵੀਰ ਖਿੱਚੀ, ਬਹੁਤ ਵਧੀਆ ਲੱਗਾ। ਕਿਉਂਕਿ ਆਪਾਂ ਦੇਖਦੇ ਹਾਂ ਕਿ ਰਿਸ਼ਤੇਦਾਰ ਬਾਅਦ ਚ ਆਉਂਦਾ, ਗੁਆਂਢੀ ਪਹਿਲਾਂ ਆਉਂਦਾ। ਸਾਡਾ ਸਾਹਿਬ ਤੇ ਤੁਸੀਂ ਦੋਵੇਂ ਉਹਨਾਂ ਦੇ ਗੁਆਂਢੀ ਸੋ, ਤੁਸੀਂ ਸ਼ਾਇਦ ਅਸੀਂ ਤਾਂ ਕੇਵਲ ਨੌਕਰੀ ਚ ਨਾਲ ਦੇਖਦੇ ਰਹੇ ਹਾਂ, ਲੇਕਿਨ ਤੁਸੀਂ ਉਸ ਤੋਂ ਬਾਅਦ ਵਾਲੀ ਜ਼ਿੰਦਗੀ ਵਿੱਚ ਉਹਨਾਂ ਨੂੰ ਦੇਖਿਆ। ਜਰਨੈਲ ਸਿੰਘ ਜੀ ਦਾ ਘਾਟਾ ਹੋਣ ਵਾਲਾ ਨਹੀਂ। ਅਸੀਂ ਰਿਟਾਇਰ ਪੁਲਿਸ ਪਰਸਨਲ ਸੰਸਥਾ ਵੀ ਜਿਹੜਾ ਪੱਧਰ ਤੇ ਚਲਾਉਂਦੇ ਹਾਂ, 10 ਸਾਲ ਮੁੱਖ ਸੇਵਾਦਾਰ ਹੈ। ਨਵਜਿੰਦਰ ਨਾਲ ਮੇਰੀ ਗੱਲ ਹੋਈ ਹੈ, ਉਹਨਾਂ ਦੇ ਜਾਣ ਤੋਂ ਬਾਅਦ ਵੀ ਜਿਹੜੇ ਸਰਦਾਰ ਜੀ ਦੀ ਧਰਮ ਪਤਨੀ ਬੀਬੀ ਕੌਰ ਜੀ ਨੇ, ਉਸੇ ਤਰ੍ਹਾਂ ਹੀ ਸਾਡੀ ਸੰਸਥਾ ਦੇ ਮੈਂਬਰ ਹੋਣਗੇ ਜਿਸ ਤਰ੍ਹਾਂ ਸਰਦਾਰ ਜਰਨੈਲ ਸਿੰਘ ਜੀ ਸਨ। ਮੈਂ ਇਸ ਸਟੇਜ ਤੋਂ ਇਸ ਪਰਿਵਾਰ ਨੂੰ ਯਕੀਨ ਦਵਾਉਂਦਾ। ਵੈਸੇ ਤਾਂ ਢਿੱਲੋਂ ਸਾਹਿਬ ਵਰਗੇ ਜਿਹੜੇ ਉਹਨਾਂ ਦੇ ਗੁਆਂਢੀ ਬੈਠੇ ਨੇ, ਤੇ ਪਰਿਵਾਰ ਨੂੰ ਐਸੀ ਸਮੱਸਿਆ ਆਊਗੀ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਅਨਸਾਨ ਰਹਿਣ। ਲੇਕਿਨ ਜੇਕਰ ਪਰਿਵਾਰ ਨੂੰ ਕਿਤੇ ਵੀ ਸਾਡੀ ਜ਼ਰੂਰਤ ਪਵੇ, ਇਹ ਵਿਭਾਗ ਉਹਨਾਂ ਦੇ ਨਾਲ ਐਂ ਖੜਾ ਰਹੂਗਾ ਜੋ ਸਰਦਾਰ ਜਰਨੈਲ ਸਿੰਘ ਜੀ ਦੇ ਹੁੰਦੇ ਸਨ। ਉਹ ਸ਼ਾਸਤਰ ਸਹਾਇਤਾ ਪਰਿਵਾਰ ਨੂੰ ਸਰਕਾਰ ਵੱਲੋਂ ਦਿੱਤੀ ਜਾਣੀ ਹੁੰਦੀ ਹੈ, ਜਿਹੜੀ ਸਾਡੀ ਸੰਸਥਾ ਦੇ ਥਰੂ ਜਿਹੜੀ ਉਹ ਅਸੀਂ ਪ੍ਰੋਵਾਈਡ ਕਰਾਂਗੇ। ਉਸ ਤੋਂ ਇਲਾਵਾ ਜੋ ਮਾਰਕਮੈਂਟਸ ਉਹਨਾਂ ਨੂੰ ਮਿਲਣੇ ਨੇ ਐਨਜੀਓ ਨੂੰ, ਉਹਦੇ ਵਿੱਚ ਵੀ ਸਾਡੀ ਸੰਸਥਾ ਦਾ ਮੰਤਵ ਹੀ ਇਹ ਹੈ ਕਿ ਰਿਟੈਨੀਸ਼ਨ ਕੋਈ ਸਮੱਸਿਆ ਨਾ ਆਵੇ, ਕਿਉਂਕਿ ਸਾਡੇ ਘਰਦਿਆਂ ਨੂੰ ਨਹੀਂ ਪਤਾ ਕਿ ਸਾਡੇ ਜਾਣ ਤੋਂ ਬਾਅਦ ਕੀ ਕੁਛ ਕੀਤਾ ਜਾਣਾ। ਇਸ ਕਰਕੇ ਜਦੋਂ ਪਰਿਵਾਰ ਨੂੰ ਜ਼ਰੂਰਤ ਪਊਗੀ, ਕਾਫੀ ਮੇਰਾ ਨੇੜੇ ਹੀ, ਲੇਕਿਨ ਉਹਨਾਂ ਦਾ ਫੋਨ ਤੇ ਦਿੱਤਾ ਹੋਇਆ ਸੁਨੇਹਾ ਸਾਡੇ ਵਾਸਤੇ ਹੁਕਮ ਹੋ। ਹੁਣ ਮੈਂ ਬੇਨਤੀ ਕਰਨਾ ਸਰਦਾਰ ਕੁਲਵੰਤ ਸਿੰਘ ਜੀ ਸਹਾਣੀ, ਜਿਹੜੇ ਇਸ ਪਰਿਵਾਰ ਦੇ ਬੜੇ ਨੀਤੀ ਰਿਸ਼ਤੇਦਾਰ ਕਿਉਂ ਆਈ ਹੋਈ ਸੀ, ਧੰਨਵਾਦ ਸਰਦਾਰ ਕੁਲਵੰਤ ਸਿੰਘ ਜੀ ਸਹਾਣੀ। ਹਜ਼ੂਰੀ ਵਿੱਚ ਕਤਰ ਸਰਦਾਰ ਜਰਨੈਲ ਸਿੰਘ ਜੀ ਨੂੰ ਰਿਟਾਇਰਡ ਪੁਲਿਸ ਦੇ ਵਿੱਚ ਏਐਸਆਈ ਦੇ ਤੌਰ ਤੇ ਰਿਟਾਇਰ ਹੋਏ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੇ ਆਪੋ ਆਪਣੇ ਜਿੰਨਾ ਕਿ ਕਿਸੇ ਨਾਲ ਵਾਹ ਸੀ ਉਹਨਾਂ ਨੇ ਅਹੁਦਿਆਂ ਦੇ ਤੌਰ ਤੇ ਸਰਦਾਰ ਜਰਨੈਲ ਸਿੰਘ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਸਾਡਾ ਇੱਕ ਬਹੁਤ ਨਿੱਜੀ ਰਿਸ਼ਤੇਦਾਰ ਸੀ, ਸਾਨੂੰ ਉਹਦੇ ਬਾਰੇ ਜੋ ਕੁਛ ਪਤਾ ਹੈ ਉਹਦਾ ਦੱਸਣ ਦੀ ਤਾਂ ਲੋੜ ਨਹੀਂ, ਪਰ ਜਿੱਥੇ ਵੀ ਕਿਸੇ ਕੰਮ ਵਿੱਚ ਖੜਿਆ ਰਿਹਾ ਜਾਂ ਜਿੱਥੇ ਲੋੜ ਪਈ, ਉਹ ਇੱਕ ਰੋਲ ਅਤੇ ਪੂਰੇ ਨਿਰਪੱਖਤਾ ਨਾਲ ਅਤੇ ਹੌਸਲੇ ਨਾਲ ਸਾਡੇ ਹਰ ਕੰਮ ਵਿੱਚ ਸਹਾਇਤਾ ਕੀਤੀ ਅਤੇ ਉਸ ਨੂੰ ਨਿਪਟੇ ਚਾੜਿਆ ਕਿ ਜ਼ਿੰਮੇਵਾਰੀ ਸਮਝੀ। ਅਸੀਂ ਉਸ ਨੂੰ ਸਦਾ ਇਹਨਾਂ ਗੱਲਾਂ ਕਰਕੇ ਯਾਦ ਰੱਖਣਾ ਹੈ। ਔਰ ਅਖੀਰ ਦੇ ਵਿੱਚ ਜਿਹੜੀ ਸਾਡੀ ਭੈਣ, ਜਿਸ ਦੇ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਪੈ ਗਈ ਹੈ, ਉਸ ਨੂੰ ਨਿਭਾਉਣ ਵਾਸਤੇ ਅਸੀਂ ਤਨ ਮਨ ਤੇ ਧਨ ਨਾਲ ਜਿਵੇਂ ਵੀ ਉਹਨਾਂ ਦੀ ਸਹਾਇਤਾ ਕਰ ਸਕਦੇ ਹੋਏ ਕਰਾਂਗੇ। ਅਤੇ ਪਰਿਵਾਰ ਨੂੰ ਇਹੋ ਹੀ ਸਲਾਹ ਦੇਵਾਂਗੇ ਕਿ ਰਿਸ਼ਤੇਦਾਰਾਂ ਨੂੰ ਇਹਨਾਂ ਦੇ ਦੁੱਖ ਸੁੱਖ ਵਿੱਚ ਅਤੇ ਇਹਨਾਂ ਨੂੰ ਯੋਗ ਸਲਾਹ ਦੇਣ ਵਿੱਚ ਜਿੰਨੀ ਵੀ ਸਹਾਇਤਾ ਕਰ ਸਕਦੇ ਹੋਈਏ ਕਰੀਏ, ਕਿਉਂਕਿ ਇਹ ਪਰਿਵਾਰ ਪਹਿਲਾਂ ਕਿਸੇ ਹੋਰ ਜ਼ਿਆਦਾ ਉਲਝਣਾ ਤਾਂ ਨਹੀਂ, ਪਰ ਜ਼ਿਆਦਾ ਜ਼ਿੰਮੇਵਾਰੀਆਂ 'ਚ ਪੁੱਜਿਆ ਹੋਇਆ ਅਤੇ ਬੱਚੇ ਨੂੰ ਅਜੇ ਇਹਨਾਂ ਬਹੁਤੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਨਹੀਂ। ਬਸ ਇਹੋ ਹੀ ਇਹਦੇ ਵਾਸਤੇ ਅਸੀਂ ਜਿੰਨਾ ਸੰਗਤਾਂ ਨੇ, ਜਿੰਨਾ ਸੱਜਣਾ ਨੇ, ਜਿੰਨਾ ਰਿਸ਼ਤੇਦਾਰਾਂ ਨੇ ਇਸ ਦੁੱਖ ਵਿੱਚ ਆ ਕੇ ਇਸ ਦੁੱਖ ਦੀ ਘੜੀ ਨੂੰ ਇਹਨਾਂ ਵਿੱਚ ਸ਼ਰੀਕ ਹੋਏ ਅਤੇ ਇਹਨਾਂ ਦਾ ਹੌਸਲਾ ਵਧਾਇਆ। ਇਸ ਨਾਲ ਦੁੱਖ ਘਟਿਆ ਵੀ ਹੈ ਅਤੇ ਉਹਨਾਂ ਨੂੰ ਹੌਸਲਾ ਮਿਲਿਆ ਹੈ ਕਿ ਇਹਨਾਂ ਦੇ ਸਾਥੀ ਜਾਂ ਇਹਨਾਂ ਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਯੋਗ ਮਿੱਤਰ ਸਾਨੂੰ ਜ਼ਰੂਰ ਸਾਡਾ ਸਾਥ ਦੇਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਸਾਡੀ ਜ਼ਰੂਰ ਯੋਗ ਸਹਾਇਤਾ ਕਰਨਗੇ ਅਤੇ ਬਾਂਹ ਫੜਨਗੇ। ਮੈਂ ਇੱਥੇ ਆਏ ਹੋਏ ਸਾਰੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਅਤੇ ਖਾਸ ਕਰਕੇ ਪੁਲਿਸ ਕਰਮਚਾਰੀਆਂ ਦਾ, ਜਿਨ੍ਹਾਂ ਦੇ ਨਾਲ ਉਹਨਾਂ ਨੇ
ਕਾਫੀ ਸਮਾਂ ਜ਼ਿੰਦਗੀ ਦਾ ਕੰਮ ਕੀਤਾ ਹੈ, ਉਹਨਾਂ ਵੱਲੋਂ ਜੋ ਭਰੋਸਾ ਦਿਵਾਇਆ ਗਿਆ ਹੈ ਉਹਦੇ ਤੇ ਉਹ ਜੋ ਕੁਛ ਨਾ ਕੁਛ ਕਰਨਗੇ। ਪਰ ਅਖੀਰ ਉੱਤੇ ਮੈਂ ਵੀ ਇਸ ਸਰਕਾਰੀ ਕਰਮਚਾਰੀ ਦੇ ਤੌਰ ਤੇ ਠਹਿਰ ਹੋਇਆ, ਜੋ ਇਹਨਾਂ ਦੇ ਪੈਨਸ਼ਨ ਲਾਭ ਆਪ ਤੋਂ ਬਾਅਦ ਮਿਲਣੇ ਉਹ ਥੋੜ੍ਹੇ ਘਣਾ ਜਿਹੜਾ ਕੰਮ ਹੈ ਕਰਕੇ ਉਹਨਾਂ ਦਾ ਯੂਨੀਅਨ ਇੱਥੇ ਯੋਗ ਅਗਵਾਈ ਦੇਣ ਤੇ ਉਹਨਾਂ ਦੀ ਸਹਾਇਤਾ ਕਰਨ। ਮੈਂ ਤਹਿ ਦਿਲੋਂ ਸਾਰੇ ਹੀ ਆਏ ਹੋਏ ਰਿਸ਼ਤੇਦਾਰ, ਸੱਜਣਾਂ, ਮਿੱਤਰਾਂ ਅਤੇ ਸਾਰੇ ਹੀ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਬਾਹਰ ਗੁਰੂ ਘਰ ਲੰਗਰ ਚੱਲ ਰਿਹਾ ਹੈ, ਕਿਸੇ ਵੀ ਆਏ ਹੋਏ ਸੱਜਣ ਨੇ, ਭੈਣ ਭਰਾ ਨੇ ਰੋਟੀ ਖਾਧੀ ਤੋਂ ਬਿਨਾਂ ਜਾਂ ਚਾਹ ਪੀਤੀ ਤੋਂ ਬਿਨਾਂ ਨਹੀਂ ਜਾਣਾ। ਇਹ ਦੁਬਾਰਾ ਫਿਰ ਅਪੀਲ ਹੈ, ਇਹਨਾਂ ਗੱਲਾਂ ਨੂੰ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।